ਬੱਚਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਨੈਸ ਅਭਿਆਸ ਸ਼ੀਟ ਨੰਬਰ 23 ਲੜੀ ਨੰਬਰ 23 ਜਿਹੜਾ ਹੈ ਲੈ ਕੇ ਹਾਜ਼ਰ ਹਾਂ। ਆਓ ਇਸ 'ਤੇ ਚਰਚਾ ਕਰਦੇ ਹਾਂ, ਇਸ ਨੂੰ ਹੱਲ ਕਰਦੇ ਹਾਂ। ਸਭ ਤੋਂ ਪਹਿਲਾਂ ਬੇਟਾ ਤਸਵੀਰ ਹੈ, ਪੰਜਾਬੀ ਵਿਸ਼ੇ ਨੂੰ ਸ਼ੁਰੂ ਕਰਦੇ ਹਾਂ। ਇਹ ਜਿਹੜਾ ਤਸਵੀਰ ਹੈ, ਚਿੱਤਰ ਹੈ, ਇਸ ਨੂੰ ਚੰਗੀ ਤਰ੍ਹਾਂ ਤੁਸੀਂ ਦੇਖਣਾ ਹੈ। ਚੰਗੀ ਤਰ੍ਹਾਂ ਦੇਖਣ ਉਪਰੰਤ ਫਿਰ ਇਸ ਦੇ ਕੁਐਸਚਨ ਜਿਹੜੇ ਨੇ, ਪ੍ਰਸ਼ਨ ਜਿਹੜੇ ਨੇ ਉਹ ਬਣਨੇ ਨੇ, ਉਹਨਾਂ ਦੇ ਉੱਤਰ ਆਪਾਂ ਦੇਣੇ ਨੇ। ਤੰਦਰੁਸਤ ਭਾਰਤ, ਔਰ ਇਹਦੇ ਵਿੱਚ ਇੱਕ ਰਿਸ਼ਟ ਪੁਸ਼ਟ ਵਿਅਕਤੀ ਦੀ ਤਸਵੀਰ ਵਿਖਾਈ ਗਈ ਹੈ ਔਰ ਇਹ ਦੱਸਿਆ ਗਿਆ ਹੈ ਕਿ ਰਿਸ਼ਟ ਪੁਸ਼ਟ ਭਾਰਤ ਜਿਹੜਾ ਹੈ, ਤੰਦਰੁਸਤ ਭਾਰਤ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਔਰ ਇਹਦੇ ਨਾਲ ਸੰਬੰਧਿਤ ਪ੍ਰਸ਼ਨ ਨੇ, ਉਹਨਾਂ ਨੂੰ ਹੱਲ ਕਰਾਂਗੇ। ਪਹਿਲਾ ਪ੍ਰਸ਼ਨ ਲੈਂਦੇ ਹਾਂ। ਇਸ ਤਸਵੀਰ ਵਿੱਚ ਕਿਸ ਗੱਲ ਉੱਪਰ ਤਰਜੀਹ ਦਿੱਤੀ ਗਈ ਹੈ? ਪਹਿਲਾ ਪ੍ਰਸ਼ਨ ਹੈ, ਇਸ ਤਸਵੀਰ ਵਿੱਚ ਕਿਹੜੀ ਗੱਲ 'ਤੇ ਜਿਹੜੀ ਹੈ ਉਹ ਤਰਜੀਹ ਦਿੱਤੀ ਗਈ ਹੈ? ਆਰਾਮ ਕਰਨ ਉੱਪਰ, ਕਸਰਤ ਕਰਨ ਉੱਪਰ, ਖਾਣ ਪੀਣ ਉੱਪਰ, ਜਾਂ ਫਿਰ ਕੁਝ ਵੀ ਨਾ ਕਰਨਾ। ਸੋ ਇਹ ਤਸਵੀਰ ਜਿਹੜੀ ਹੈ ਇਹ ਰਿਸ਼ਟ ਪੁਸ਼ਟ ਰੱਖਣ ਵਾਸਤੇ, ਤੰਦਰੁਸਤ ਰੱਖਣ ਵਾਸਤੇ ਆਪਣੇ ਆਪ ਨੂੰ ਕਸਰਤ ਦੀ ਲੋੜ ਹੁੰਦੀ ਹੈ। ਸਰੀਰ ਨੂੰ ਨਰੋਆ ਰੱਖਣ ਲਈ ਕਸਰਤ ਦੀ ਬੱਚਿਓ ਲੋੜ ਹੁੰਦੀ ਹੈ। ਸੋ ਇਹ ਹੈ ਕਸਰਤ ਕਰਨ ਉੱਪਰ। ਪ੍ਰਸ਼ਨ ਨੰਬਰ 2, ਤਸਵੀਰ ਵਿੱਚ ਕਿਸ ਦੇਸ਼ ਦਾ ਜ਼ਿਕਰ ਆਇਆ ਹੈ? ਸੋ ਆਪਣੇ ਭਾਰਤ ਦਾ ਹੀ ਬੇਟਾ ਜ਼ਿਕਰ ਆਇਆ ਹੈ, ਤੁਸੀਂ ਪੜ੍ਹ ਵੀ ਲਿਆ। ਤਸਵੀਰ ਦੇ ਵਿੱਚ ਨਾ ਪਾਕਿਸਤਾਨ ਦਾ ਆਇਆ ਹੈ, ਨਾ ਸ੍ਰੀਲੰਕਾ ਅਤੇ ਨਾ ਹੀ ਨੇਪਾਲ ਦਾ ਆਇਆ ਹੈ। ਪ੍ਰਸ਼ਨ ਨੰਬਰ 3, ਚੱਕਰ ਵਿੱਚ ਦਿੱਤੀਆਂ ਪੱਤੀਆਂ ਦੀ ਗਿਣਤੀ ਕਿੰਨੀ ਹੈ? ਚੱਕਰ ਦੇ ਨੇੜੇ ਹਰੀ ਰੰਗ ਦੀਆਂ ਪੱਤੀਆਂ ਦਿੱਤੀਆਂ ਨੇ, ਉਹਨਾਂ ਦੀ ਗਿਣਤੀ ਬੱਚਿਓ ਤੁਸੀਂ ਦੱਸਣੀ ਹੈ ਕਿ ਕਿੰਨੀ ਹੈ। ਉਹ 10 ਹੈ, 10 ਤੋਂ ਵੱਧ ਹੈ, 10 ਤੋਂ ਘੱਟ ਹੈ, ਜਾਂ 10 ਗੁਣਾ ਹੈ। ਸੋ 8 ਪੱਤੀਆਂ ਨੇ, 10 ਤੋਂ ਘੱਟ ਨੇ। ਆਪਾਂ ਤੀਸਰੀ ਆਪਸ਼ਨ 'ਤੇ ਟਿਕ ਜਿਹੜੀ ਉਹ ਲਗਾ ਦਾਂਗੇ। ਲੜਕਾ ਦੌੜ ਲਗਾ ਰਿਹਾ ਹੈ। ਪ੍ਰਸ਼ਨ ਨੰਬਰ ਅਗਲਾ ਹੈ, ਪ੍ਰਸ਼ਨ ਨੰਬਰ 4, ਲੜਕਾ ਦੌੜ ਲਗਾ ਰਿਹਾ ਹੈ। ਉਪਰੋਕਤ ਵਾਕ ਵਿੱਚ ਕਿਰਿਆ ਸ਼ਬਦ ਦੱਸੋ। ਲੜਕਾ ਦੌੜ ਲਗਾ ਰਿਹਾ ਹੈ। ਹੁਣ ਕੀ ਕਰ ਰਿਹਾ ਹੈ? ਲਗਾ ਰਿਹਾ ਹੈ, ਪਰ ਕੀ ਲਗਾ ਰਿਹਾ ਹੈ? ਦੌੜ ਲਗਾ ਰਿਹਾ ਹੈ। ਠੀਕ ਹੈ, ਇਹਦੇ ਵਿੱਚ ਕਿਰਿਆ ਕੀ ਹੈ? ਕਿਰਿਆ ਸ਼ਬਦ ਉਹ ਹੁੰਦਾ ਬੇਟਾ ਜੋ ਕਿਸੇ ਕੰਮ ਦੇ ਹੋਣ ਨੂੰ ਦਰਸਾਉਂਦਾ ਹੋਵੇ, ਜਿਸ ਤੋਂ ਪਤਾ ਲੱਗਦਾ ਹੋਵੇ ਕਿ ਕੋਈ ਕੰਮ ਹੋ ਰਿਹਾ ਹੈ। ਸੋ ਰਿਹਾ ਹੈ ਤਾਂ ਹੈ, ਪਰ ਕੀ ਕੰਮ ਹੋ ਰਿਹਾ ਹੈ? ਦੌੜ ਲੱਗ ਰਹੀ ਹੈ, ਲਗਾ ਰਿਹਾ ਹੈ। ਲਗਾ ਇੱਥੇ ਜਿਹੜਾ ਹੈ ਉਹ ਵਰਬ ਆਏਗਾ। ਦੌੜ ਜਿਹੜੀ ਹੈ ਉਹ ਵੀ ਵਰਬ ਹੈ, ਲੇਕਿਨ ਦੌੜਨਾ ਜਦੋਂ ਲਗਾ ਲਾਵਾਂਗੇ ਤਾਂ ਉਹ ਇਕੱਠਾ ਵਰਬ ਬਣੇਗਾ। ਪਰ ਇੱਥੇ ਲਗਾਉਣਾ ਜਿਹੜਾ ਹੈ, ਦੌੜ ਇੱਕ ਸ਼ਬਦ ਬਣ ਸਕਦਾ ਹੈ, ਪਰ ਲਗਾ ਜਿਹੜਾ ਹੈ ਇੱਥੇ ਵਰਬ ਬਣੇਗਾ। ਪ੍ਰਸ਼ਨ ਨੰਬਰ 5, ਉੱਪਰ ਦਿੱਤੀ ਤਸਵੀਰ ਅਨੁਸਾਰ ਕਿਹੜਾ ਵਾਕ ਢੁਕਵਾਂ ਹੈ? ਹੁਣ ਉੱਪਰ ਤਸਵੀਰ ਜਿਹੜੀ ਦਿੱਤੀ ਹੈ ਉਹਦੇ ਅਨੁਸਾਰ ਅਸੀਂ ਵਾਕ ਵੇਖਣਾ ਹੈ। ਕਸਰਤ ਕਰਨ ਨਾਲ ਤੰਦਰੁਸਤ ਰਹਿੰਦੇ ਹਾਂ। ਐੜਾ, ਕਸਰਤ ਕਰਨ ਨਾਲ ਬਿਮਾਰ ਹੋ ਜਾਂਦੇ ਹਾਂ। ਈੜੀ, ਕਸਰਤ ਕਰਨ ਨਾਲ ਸਰੀਰ ਥੱਕ ਜਾਂਦਾ ਹੈ। ਸੱਸਾ, ਕਸਰਤ ਸਿਹਤ ਲਈ ਹਾਨੀਕਾਰਕ ਹੈ। ਤਾਂ ਬਿਲਕੁਲ ਉੱਪਰ ਊੜਾ ਜਿਹੜਾ ਹੈ ਇਹਦਾ ਉੱਪਰ ਉੱਤਰ ਆਏਗਾ, ਕਿਉਂਕਿ ਕਸਰਤ ਕਰਨ ਦੇ ਨਾਲ ਅਸੀਂ ਜਿਹੜੇ ਹੈ ਤੰਦਰੁਸਤ ਹੁੰਦੇ ਹਾਂ। ਤਾਂ ਹੀ ਮੋਟੋ ਹੈ ਤਸਵੀਰ ਦਾ ਕਿ ਤੰਦਰੁਸਤ ਭਾਰਤ। ਸੋ ਅੱਗੇ ਚੱਲਦੇ ਹਾਂ, ਗਣਿਤ ਵਿਸ਼ੇ ਨੂੰ ਛੂਹਦੇ ਹਾਂ। ਹੇਠਾਂ 2 ਘੜੀਆਂ ਦਿੱਤੀਆਂ ਗਈਆਂ ਹਨ। ਦੇਖੋ ਅਤੇ ਦੱਸੋ ਕਿ ਮਿੰਟਾਂ ਵਾਲੀ ਸੂਈ ਨੂੰ ਅੰਕ 12 ਤੋਂ ਅੰਕ ਤੱਕ ਪਹੁੰਚਣ ਲਈ ਕਿਹੜਾ ਸਮਾਂ ਲੱਗੇਗਾ? 12 ਤੋਂ ਅੰਕ ਤੱਕ
ਹੁਣ ਤੇ 12 ਤੋਂ ਅੰਕ ਤੇ ਲਿਖਿਆ ਹੈ। ਹੁਣ 12 ਤੋਂ ਜਿਹੜੇ ਅਗਲੇ ਅੰਕ ਤੇ ਪਹੁੰਚੀ ਹੈ ਉਹ ਹੈ 5 ਤੇ। ਮਤਲਬ ਇਹ ਕਿ ਇਹ ਜਿਹੜੀ ਮਿੰਟ ਵਾਲੀ ਸੂਈ ਹੈ ਇਹ ਪਹਿਲਾਂ 12 ਤੇ ਹੈ। ਉਸ ਤੋਂ ਬਾਅਦ ਇਸ ਦੀ ਜਿਹੜੀ ਡਾਇਰੈਕਸ਼ਨ ਹੈ, ਇਸ ਦੀ ਜਿਹੜੀ ਸੇਧ ਹੈ ਇਹ 5 ਤੇ ਚਲੇਗੀ। ਬਸ ਇਹੀ ਪੁੱਛਿਆ ਹੈ ਕਿ ਕਿੰਨੇ ਮਿੰਟ ਦਾ ਸਮਾਂ ਜਿਹੜਾ ਹੈ ਉਹ ਇੱਥੇ ਪਹੁੰਚਣ ਲਈ ਲੱਗਾ। ਸੋ 25 ਮਿੰਟ ਦਾ ਸਮਾਂ ਬੇਟੇ ਲੱਗਾ ਹੈ, ਕਿਉਂਕਿ ਤੁਸੀਂ ਕਾਊਂਟ ਕਰਕੇ ਵੇਖ ਲਓ। ਜਦੋਂ 1 ਤੇ ਪਹੁੰਚੇਗੀ ਤਾਂ 5 ਮਿੰਟ, ਫਿਰ 2 ਤੇ 10, 3 ਤੇ 15, 4 ਤੇ 20 ਤੇ 5 ਤੇ 25 ਮਿੰਟ ਦਾ ਸਮਾਂ ਜਿਹੜਾ ਲੱਗੇਗਾ। ਸੋ ਉੱਤਰ ਆ ਜਾਏਗਾ ਸੱਸਾ। ਪ੍ਰਸ਼ਨ ਨੰਬਰ 2, ਹੇਠਾਂ ਦਿੱਤਾ ਛੜ ਗ੍ਰਾਫ ਪਿੰਡ ਦੇ ਮੈਦਾਨ ਵਿੱਚ ਲਗਾਏ ਬੂਟਿਆਂ ਦੀ ਗਿਣਤੀ ਦਰਸਾਉਂਦਾ ਹੈ। ਪਿੰਡ 'ਚ ਕਿੰਨੇ ਬੂਟੇ ਲੱਗੇ ਨੇ ਛੜ ਗ੍ਰਾਫ ਤੋਂ ਸਾਨੂੰ ਦਿਖਾਈ ਦੇ ਰਿਹਾ ਹੈ। ਆਓ ਪ੍ਰਸ਼ਨ ਨੂੰ ਚੰਗੀ ਤਰ੍ਹਾਂ ਦੇਖਦੇ ਹਾਂ, ਘੋਖਦੇ ਹਾਂ। ਰੁੱਖਾਂ ਦੇ ਨਾਮ ਨੇ, ਰੁੱਖਾਂ ਦੇ ਨਾਵਾਂ ਦੇ ਨਾਲ ਖੱਬੇ ਪਾਸੇ ਮਤਲਬ ਕਿ ਇਸ ਪਾਸੇ ਤੁਸੀਂ ਦੇਖ ਰਹੇ ਹੋ ਰੁੱਖਾਂ ਦੀ ਗਿਣਤੀ ਦੀ ਸੰਖਿਆ ਹੈ ਕਿ ਕਿੰਨੀ ਗਿਣਤੀ ਹੈ। ਦੂਸਰੇ ਪਾਸੇ ਰੁੱਖਾਂ ਦੇ ਨਾਂ ਦਿੱਤੇ ਹੋਏ ਨੇ। ਸੋ ਇਸ ਪਾਸੇ ਨੂੰ ਅਸੀਂ ਰੁੱਖਾਂ ਦੀ ਗਿਣਤੀ ਲੈਣੀ ਹੈ ਅਤੇ ਸੱਜੇ ਪਾਸੇ ਨੂੰ ਰੁੱਖਾਂ ਦੇ ਨਾਮ। ਜਿਸ ਤਰ੍ਹਾਂ ਜਾਮਣ ਦੇ ਰੁੱਖ ਜਿਹੜੇ ਨੇ ਉਹ ਕਿੰਨੇ ਨੇ, 200 ਨੇ। ਅੰਬ ਦੇ ਬੂਟੇ ਕਿੰਨੇ ਨੇ, 250 ਨੇ। ਇਸ ਤਰ੍ਹਾਂ ਹੀ ਲੀਚੀ ਦੇ ਕਿੰਨੇ ਬੂਟੇ ਨੇ, 50 ਨੇ। ਇਸ ਤਰ੍ਹਾਂ ਹੀ ਅਮਰੂਦ ਦੇ ਬੂਟੇ ਵੀ 50 ਨੇ। ਮੈਂ ਡਾਇਰੈਕਸ਼ਨ ਨਾਲ ਤੁਹਾਨੂੰ ਦੱਸਦਾ ਕਿ ਇਸ ਤਰ੍ਹਾਂ ਗ੍ਰਾਫ ਨੂੰ ਦੇਖੀਦਾ। ਉਸ ਤੋਂ ਬਾਅਦ ਹੁਣ ਅਸੀਂ ਪ੍ਰਸ਼ਨਾਂ ਦੇ ਇਸ ਪ੍ਰਸ਼ਨ ਵੱਲ ਚੱਲਾਂਗੇ ਕਿ ਪ੍ਰਸ਼ਨ ਕੀ ਪੁੱਛਿਆ ਹੈ। ਉਪਰੋਕਤ ਦਿੱਤੇ ਗ੍ਰਾਫ ਨੂੰ ਦੇਖ ਕੇ ਦੱਸੋ ਕਿ ਮੈਦਾਨ ਵਿੱਚ ਅੰਬਾਂ ਦੇ ਕਿੰਨੇ ਰੁੱਖ ਲਗਾਏ ਗਏ ਹਨ। ਸੋ ਅੰਬਾਂ ਦੇ ਕਿੰਨੇ ਰੁੱਖ ਨੇ ਆਪਾਂ ਹੁਣੇ ਉੱਪਰ ਦੇਖ ਕੇ ਆਏ ਹਾਂ। ਅੰਬਾਂ ਦੇ 250 ਰੁੱਖ ਨੇ। ਸੋ ਉੱਤਰ ਆਏਗਾ ਊੜਾ। ਪ੍ਰਸ਼ਨ ਨੰਬਰ 3, ਸਿਮਰਨ, ਅਰੁਣ, ਦਮਨ ਅਤੇ ਕ੍ਰਿਸ਼ਨਾ ਦੀ ਲੰਬਾਈ ਹੇਠਾਂ ਤਸਵੀਰ ਵਿੱਚ ਦਿੱਤੀ ਗਈ ਹੈ। ਇਸ ਨੂੰ ਦੇਖ ਕੇ ਸਿਮਰਨ ਦੀ ਲੰਬਾਈ ਦੱਸੋ। ਹੁਣ ਸਿਮਰਨ ਦੀ ਲੰਬਾਈ ਹੈ 135 ਸੈਂਟੀਮੀਟਰ। ਇਸੇ ਤਰ੍ਹਾਂ ਹੀ ਅਰੁਣ ਦੀ ਲੰਬਾਈ ਹੈ 140 ਸੈਂਟੀਮੀਟਰ। ਦਮਨ ਦੀ ਲੰਬਾਈ ਹੈ 122 ਸੈਂਟੀਮੀਟਰ। ਕ੍ਰਿਸ਼ਨਾ ਦੀ ਲੰਬਾਈ ਹੈ 145 ਸੈਂਟੀਮੀਟਰ। ਹੁਣ ਅਸੀਂ ਸਿਮਰਨ ਦੀ ਲੰਬਾਈ ਦੱਸਣੀ ਹੈ ਤਾਂ ਇਹ ਹੈ ਸਾਡੇ ਕੋਲ ਸਿਮਰਨ, ਔਰ ਸਿਮਰਨ ਦੀ ਲੰਬਾਈ ਜਿਹੜੀ ਕੱਦ ਦੀ ਹੈ 135 ਸੈਂਟੀਮੀਟਰ ਹੈ। ਸੋ ਥੱਲੇ ਸ਼ਬਦਾਂ 'ਚ ਲਿਖਿਆ ਇਸ ਦਾ ਉੱਤਰ ਲੱਭਣਾ ਹੈ 135। ਇਹ ਸਾਡਾ ਉੱਤਰ ਹੋਏਗਾ, ਉੱਤਰ ਨੰਬਰ ਐੜਾ। ਪ੍ਰਸ਼ਨ ਨੰਬਰ 4 ਦੇਖਦੇ ਹਾਂ। ਦਿੱਤੀ ਤਸਵੀਰ ਵਿੱਚ ਮਗਰਮੱਛ ਦਾ ਖੁੱਲ੍ਹੇ ਹੋਏ ਮੂੰਹ ਨਾਲ ਕਿਹੜਾ ਕੋਣ ਬਣ ਰਿਹਾ ਹੈ। ਇਹ ਸਮਕੋਣ ਹੈ, ਅਧਿਕ ਕੋਣ ਹੈ, ਨਿਊਨ ਕੋਣ ਹੈ ਜਾਂ ਸਰਲ ਕੋਣ ਹੈ। ਬੱਚਿਓ ਅਸੀਂ ਕੱਲ੍ਹ ਦੇ ਔਰ ਪਰਸੋਂ ਦੇ ਜਿਹੜੇ ਸ਼ੀਟ ਕੀਤੀ ਸੀ, ਲੜੀ ਕੀਤੀ ਸੀ, ਅਭਿਆਸ ਕੀਤੀ ਸੀ ਨੈਸ ਦੀ, ਉਸ ਵਿੱਚ ਵੀ ਇਹ ਕੁਐਸਚਨ ਆਇਆ ਸੀ ਕੋਣਾਂ ਵਾਲਾ, ਅਧਿਕ ਕੋਣ, ਸਮਕੋਣ, ਨਿਊਨ ਕੋਣ। ਹੁਣ ਦੇਖੋ ਜਿਹੜੀ ਪੋਜੀਸ਼ਨ ਹੈ ਮਗਰਮੱਛ ਦੇ ਮੂੰਹ ਦੀ ਉਹ ਤੁਸੀਂ ਦੇਖ ਰਹੇ ਹੋ ਕੀ ਪੋਜੀਸ਼ਨ ਹੈ। ਹੁਣ ਦੇਖ ਕੇ ਦੱਸੋ ਇਹ ਕਿਹੜਾ ਕੋਣ ਬਣਦਾ ਹੈ। ਇਹ ਬੇਟਾ ਨਿਊਨ ਕੋਣ ਬਣਦਾ ਹੈ। ਸੋ ਉੱਤਰ ਆਏਗਾ ਈਡੀ। ਪ੍ਰਸ਼ਨ ਨੰਬਰ 5, ਅਧਿਕ ਕੋਣ ਦਾ ਮਾਪ ਕਿੰਨਾ ਹੁੰਦਾ ਹੈ। ਹੁਣ ਅਧਿਕ ਕੋਣ ਦਾ ਮਾਪ ਪੁੱਛਿਆ। ਅਧਿਕ ਕੋਣ ਸਮਕੋਣ ਤੋਂ ਵੱਡਾ ਹੁੰਦਾ ਹਮੇਸ਼ਾ, ਯਾਦ ਰੱਖਣਾ, ਆਪਾਂ ਡਿਸਕਸ ਕੀਤਾ ਸੀ ਪਿਛਲੀ ਵਾਰ ਵੀ। ਔਰ ਨਿਊਨ ਕੋਣ ਸਮਕੋਣ ਤੋਂ ਛੋਟਾ ਹੁੰਦਾ ਹੈ ਹਮੇਸ਼ਾ।
ਸੋ ਅਧਿਕ ਕੋਣ ਦਾ ਮਾਪ 90 ਤੋਂ ਘੱਟ ਹੁੰਦਾ ਹੈ? ਨਹੀਂ, ਇਹ ਨਹੀਂ ਹੈ, ਗਲਤ ਹੈ। 90 ਡਿਗਰੀ ਦਾ ਹੁੰਦਾ? ਨਹੀਂ, 90 ਤੋਂ 180 ਦੇ ਵਿਚਕਾਰ ਹੁੰਦਾ ਹੈ। ਬਿਲਕੁਲ ਸਹੀ ਹੈ, ਕਿਉਂਕਿ 90 ਤੋਂ 180 ਦੇ ਵਿਚਕਾਰ ਹੁੰਦਾ ਹੈ, 180 ਦਾ ਸਰਲ ਦਾ ਕੋਣ ਬਣ ਜਾਂਦਾ ਹੈ। ਉੱਤਰ ਆਏਗਾ ਈੜੀ। ਵਾਤਾਵਰਨ ਸਿੱਖਿਆ ਦਾ ਪੇਪਰ ਲੈਂਦੇ ਹਾਂ। ਇਸ ਟੈਸਟ ਦੇ ਵਿੱਚ ਕਿਹੜੇ ਪ੍ਰਸ਼ਨ ਨੇ ਆਓ ਦੇਖੀਏ। ਕੁਝ ਜੰਤੂਆਂ ਵਿੱਚ ਦੂਜੇ ਜੰਤੂਆਂ ਦੇ ਮੁਕਾਬਲੇ ਵਿਸ਼ੇਸ਼ ਜਾਂ ਅਸਾਧਾਰਨ ਗੁਣ ਹੁੰਦੇ ਹਨ। ਇਸ ਆਧਾਰ 'ਤੇ ਕਿਹੜਾ ਜੋੜਾ ਗਲਤ ਹੈ? ਗਿਰਗਿਟ ਰੰਗ ਬਦਲਦਾ ਹੈ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਗਿਰਗਿਟ ਜਿਹੜਾ ਹੈ ਉਹ ਰੰਗ ਬਦਲਦਾ ਹੈ। ਜਿਹੜਾ ਬਾਘ ਹੈ, ਇਹਨੂੰ ਚੀਤਾ ਵੀ ਕਹਿੰਦੇ ਆ, ਤੇਜ਼ ਸੁਣਨ ਸ਼ਕਤੀ ਹੁੰਦੀ ਹੈ ਉਹਦੀ। ਬਿੱਲੀ ਬੜੀ ਗੂੜੀ ਨੀਂਦ ਸੌਂਦੀ ਹੈ। ਅਤੇ ਚਮਗਿੱਦੜ ਜਿਹੜਾ ਹੈ ਉਹ ਦਿਨ ਵੇਲੇ ਉੱਡਦਾ ਹੈ। ਸੋ ਚੌਥਾ ਆਪਸ਼ਨ ਹੈ, ਕਿਉਂਕਿ ਚਮਗਾਦੜ ਜਿਹੜਾ ਹੈ ਉਹ ਦਿਨ ਵੇਲੇ ਨਹੀਂ ਉੱਡ ਸਕਦਾ, ਰਾਤ ਵੇਲੇ ਹੀ ਉੱਡਦਾ ਹੈ। ਇਸ ਕਰਕੇ ਇਹਦੀ ਆਪਸ਼ਨ ਹੋਏਗੀ ਸੱਸਾ। ਪ੍ਰਸ਼ਨ ਨੰਬਰ 2। ਇੱਕ ਵਿਅਕਤੀ ਨੇ ਕਿਸੇ ਝੀਲ ਦੇ ਆਲੇ ਦੁਆਲੇ ਦੇ ਕੁਝ ਖੇਤਰ ਨੂੰ ਨਿਮਨ ਸਕੈਚ ਦੇ ਰੂਪ 'ਚ ਦਰਸਾਇਆ। ਆਓ ਦੇਖੀਏ। ਹੁਣ ਪੱਛਮ ਦਿਸ਼ਾ ਜਿਹੜੀ ਹੈ ਉਹ ਇਹਦੇ ਵਿੱਚ ਦਰਸਾਈ ਗਈ ਹੈ, ਤੁਹਾਡੇ ਸਾਹਮਣੇ ਹੈ। ਉਸ ਤੋਂ ਬਾਅਦ ਉੱਤਰ ਦਿਸ਼ਾ ਜਿਹੜੀ ਹੈ ਉਹ ਦਰਸਾਈ ਗਈ ਹੈ। ਫਿਰ ਕੁਝ ਨੁਕਤੇ ਦੱਸੇ ਗਏ ਨੇ, ਇਹ ਤੁਹਾਡੇ ਸਾਹਮਣੇ ਨੇ, ਜਿਹਦੇ ਵਿੱਚ ਝੀਲ ਦਾ ਰੰਗ ਦਿੱਤਾ ਗਿਆ ਹੈ, ਇਹ ਹੋਏਗਾ। ਔਰ ਹਰਿਆ ਰੰਗ ਜਿਹੜਾ ਜੰਗਲ ਦਾ ਹੋਏਗਾ, ਥੋੜ੍ਹਾ ਜਿਹਾ ਫਿੱਕਾ ਦਰਿਆ ਦਾ ਹੋਏਗਾ। ਔਰ ਸੜਕ ਦਾ 2 ਲਾਲ ਲਾਈਨਾਂ ਲਗਾਈਆਂ ਗਈਆਂ ਨੇ। ਔਰ ਇਮਾਰਤ ਨੂੰ ਝੌਂਪੜੀ ਦੇ ਰੂਪ 'ਚ ਦਰਸਾਇਆ ਗਿਆ ਹੈ। ਹੁਣ ਇਸ ਨੂੰ ਲੈ ਕੇ ਕੁਝ ਪ੍ਰਸ਼ਨ ਨੇ, ਆਓ ਦੇਖੀਏ। ਸਕੈਚ ਨੂੰ ਦੇਖ ਕੇ ਦੱਸੋ ਕਿ ਇਮਾਰਤਾਂ ਝੀਲਾਂ ਜਿਹੜੀਆਂ ਨੇ ਉਹ ਕਿਸ ਦਿਸ਼ਾ ਵਿੱਚ ਹਨ। ਇਮਾਰਤਾਂ ਅਤੇ ਝੀਲਾਂ। ਹੁਣ ਦੇਖੋ, ਇਮਾਰਤਾਂ ਅਤੇ ਝੀਲਾਂ ਦੇਖਣੀਆਂ ਨੇ। ਤਾਂ ਝੀਲ ਤਾਂ ਬਿਲਕੁਲ ਉੱਤਰ ਦਿਸ਼ਾ ਵੱਲ ਹੈ, ਔਰ ਇਮਾਰਤਾਂ ਵੀ ਜਿਹੜੀਆਂ ਨੇ ਉਹ ਵੀ ਉੱਤਰ ਦਿਸ਼ਾ ਵੱਲ ਹੀ ਦਿਖਾਈ ਦੇ ਰਹੀਆਂ ਨੇ। ਔਰ ਇਹਨਾਂ ਦਾ ਕੁਝ ਹਿੱਸਾ ਜਿਹੜਾ ਹੈ ਉਹ ਪੱਛਮ ਵਾਲੇ ਪਾਸੇ ਹੈ। ਇਸ ਕਰਕੇ ਇਹਦਾ ਉੱਤਰ ਆਏਗਾ ਉੱਤਰ ਪੱਛਮ। ਪ੍ਰਸ਼ਨ ਨੰਬਰ 3 ਵੱਲ ਚੱਲਦੇ ਹਾਂ। ਇੱਕ ਬੇਔਲਾਦ ਜੋੜੇ ਨੇ ਅਨਾਥ ਆਸ਼ਰਮ ਵਿੱਚੋਂ ਇੱਕ ਲੜਕੀ ਨੂੰ ਗੋਦ ਲਿਆ, ਇਸ ਲਈ ਉਹਨਾਂ ਨੂੰ ਬਹੁਤ ਸਾਰੇ ਲੋਕ ਵਧਾਈ ਦੇ ਰਹੇ ਹਨ। ਤੁਹਾਡੇ ਅਨੁਸਾਰ ਇਸ ਨਾਲ ਕੀ ਪ੍ਰਭਾਵ ਪਵੇਗਾ? ਆਪਸ਼ਨ ਊੜਾ, ਕੁੜੀਆਂ ਦਾ ਅਕਸ ਖਰਾਬ ਹੋਵੇਗਾ, ਕੁੜੀਆਂ ਦੇ ਮਾਣ ਸਨਮਾਨ ਵਿੱਚ ਵਾਧਾ ਹੋਵੇਗਾ, ਕੁੜੀਆਂ ਪ੍ਰਤੀ ਘਿਰਣਾ ਪੈਦਾ ਹੋਏਗੀ, ਕੁੜੀਆਂ ਦੀ ਜਨਮ ਦਰ ਘਟ ਜਾਵੇਗੀ। ਆਪਾਂ ਪਿਛਲੀ ਵਾਰ ਵੀ ਬੇਟਾ ਡਿਸਕਸ ਕੀਤਾ ਸੀ ਕਿ ਕੁੜੀਆਂ ਨੂੰ ਬਰਾਬਰ ਮੌਕੇ ਨੇ ਹਰ ਥਾਂ, ਪੜ੍ਹਾਈ ਦੇ ਖੇਤਰ 'ਚ, ਖੇਡਣ ਦੇ ਖੇਤਰ 'ਚ, ਕਿਤੇ ਵੀ ਕੰਪੀਟੀਸ਼ਨ ਹੋਵੇ, ਲੜਕੀਆਂ ਬਰਾਬਰ ਹਿੱਸੇਦਾਰ ਨੇ। ਇਹਦੇ ਵਿੱਚ ਵੀ ਅਗਰ ਪੇਰੈਂਟਸ ਜਾਂ ਕੋਈ ਰਿਸ਼ਤੇਦਾਰ ਕਿਸੇ ਬੱਚੀ ਨੂੰ ਗੋਦ ਲੈਂਦਾ ਤਾਂ ਵਧਾਈ ਦਾ ਪਾਤਰ ਆ। ਔਰ ਇਹਦੇ ਵਿੱਚ ਅਸੀਂ ਕੁੜੀਆਂ ਦਾ ਅਕਸ ਖਰਾਬ ਨਹੀਂ ਕਹਿ ਸਕਦੇ, ਸੋਹਣਾ ਅਕਸ ਬਣਦਾ ਹੈ, ਕਿਉਂਕਿ ਉਹ ਗੁਣਵਾਨ ਨੇ, ਮੁੱਲਵਾਨ ਨੇ ਔਰ ਪ੍ਰਤਿਭਾਵਾਨ ਨੇ, ਕਿਉਂਕਿ ਹਰ ਗੁਣ ਜਿਹੜਾ ਹੈ ਬੇਟੀ ਵਿੱਚ ਮੌਜੂਦ ਹੁੰਦਾ ਹੈ। ਬੇਟੀ ਪੜ੍ਹਦੀ ਹੈ, ਲਿਖਦੀ ਹੈ, ਅੱਗੇ ਵੱਧਦੀ ਹੈ, ਖੇਡਦੀ ਕੁੱਦਦੀ ਹੈ, ਦੇਸ਼ ਦਾ, ਪਰਿਵਾਰ ਦਾ, ਸਮਾਜ ਦਾ ਨਾਂ ਰੋਸ਼ਨ ਕਰਦੀ ਹੈ। ਸਮਾਜ ਦਾ ਸਥਾਨ ਜਿਹੜਾ ਹੈ ਉਹ ਤਾਂ ਸਮਾਜ ਦੇ ਵਿੱਚ ਬਹੁਤ ਉੱਚਾ ਬਣਦਾ ਹੈ। ਇਸ ਕਰਕੇ ਕੁੜੀਆਂ ਦੇ ਮਾਣ ਸਨਮਾਨ ਵਿੱਚ ਬੇਟਾ ਹਮੇਸ਼ਾ ਵਾਧਾ ਹੁੰਦਾ ਹੈ। ਪ੍ਰਸ਼ਨ ਨੰਬਰ 4। ਇੱਕ ਸ਼ਹਿਰ ਦੇ ਬਾਹਰਵਾਰ ਵਸੀ ਹੋਈ ਬਸਤੀ ਵਾਲੀ ਜਗ੍ਹਾ 'ਤੇ ਸਰਕਾਰ ਵੱਲੋਂ
ਉਦਯੋਗ ਬਣਾਇਆ ਜਾਣਾ ਹੈ। ਲੋੜੀਂਦੀ ਜਗ੍ਹਾ ਉੱਤੇ ਕਬਜ਼ਾ ਕਰਨ ਲਈ ਬਸਤੀ ਵਿੱਚ ਰਹਿ ਰਹੇ ਲੋਕਾਂ ਦੇ ਘਰ ਢਾਉਣੇ ਹਨ। ਸਰਕਾਰ ਨੂੰ ਉਹਨਾਂ ਲੋਕਾਂ ਦੀ ਕਿਵੇਂ ਮਦਦ ਕਰਨੀ ਚਾਹੀਦੀ ਹੈ? ਸੋ ਊੜਾ ਹੈ ਆਪਸ਼ਨ। ਹੋ ਰਹੇ ਨੁਕਸਾਨ ਦੇ ਅੱਧੇ ਪੈਸੇ ਸਰਕਾਰ ਨੂੰ ਦੇਣੇ ਚਾਹੀਦੇ ਹਨ। ਹੋ ਰਹੇ ਨੁਕਸਾਨ ਦੇ ਵੱਧ ਪੈਸੇ ਦੇ ਕੇ ਆਵਾਸ ਦੇ ਬਦਲਵੇਂ ਪ੍ਰਬੰਧ ਕਰਕੇ ਦੇਣੇ ਚਾਹੀਦੇ ਹਨ। ਉਦਯੋਗ ਦੇ ਨਿਰਮਾਣ ਤੱਕ ਕੋਈ ਸਹਾਇਤਾ ਨਹੀਂ ਕਰਨੀ ਚਾਹੀਦੀ। ਸਰਕਾਰ ਨੂੰ ਇਸ ਮਾਮਲੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ। ਤਾਂ ਬੇਟਾ ਜਦੋਂ ਕੋਈ ਪਰਿਵਾਰ ਉਜੜਦਾ ਹੈ, ਇੱਕ ਜਗ੍ਹਾ ਦੂਜੀ ਜਗ੍ਹਾ ਜਾਂਦਾ ਹੈ ਜਾਂ ਜ਼ਬਰਦਸਤੀ ਉਸ ਨੂੰ ਢਾਇਆ ਜਾਂਦਾ ਤਾਂ ਮਾੜੀ ਗੱਲ ਹੈ। ਪਰ ਕਿਉਂਕਿ ਵਿਕਾਸ ਵੀ ਜ਼ਰੂਰੀ ਹੈ, ਆਵਾਸ ਬਣਨੇ ਜ਼ਰੂਰੀ ਨੇ, ਆਬਾਦੀ ਜਿਹੜੀ ਹੈ ਵੱਧ ਰਹੀ ਹੈ, ਵਸੋਂ ਵੱਧ ਰਹੀ ਹੈ ਔਰ ਜੰਗਲ ਘੱਟ ਰਹੇ ਨੇ, ਸਾਡੇ ਕੋਲ ਧਰਤੀ ਘੱਟ ਹੁੰਦੀ ਜਾ ਰਹੀ ਹੈ ਰਹਿਣ ਵਾਸਤੇ ਔਰ ਉਹਦੇ ਵਾਸਤੇ ਅਸੀਂ ਜੰਗਲ ਕੱਟ ਰਹੇ ਹਾਂ। ਪਰ ਜਦੋਂ ਕਿਸੇ ਦੇ ਆਵਾਸ 'ਤੇ ਢਾਉਣ ਦੀ ਗੱਲ ਆਉਂਦੀ ਹੈ ਤਾਂ ਬੱਚੇ ਹਮੇਸ਼ਾ ਹੀ ਸਭ ਤੋਂ ਪਹਿਲਾਂ ਇਹ ਸੋਚਣਾ ਹੈ ਕਿ ਉਸ ਦਾ ਆਵਾਸ ਆਬਾਦ ਕੀਤਾ ਜਾਵੇ, ਉਸ ਨੂੰ ਹੋਰ ਕਿਤੇ ਸ਼ਿਫਟ ਕਰਕੇ ਢੁਕਵੀਂ ਜਗ੍ਹਾ 'ਤੇ ਆਵਾਸ ਬਣਾ ਕੇ ਫਿਰ ਉਸ ਨੂੰ ਢੁਕਵੇਂ ਪੈਸੇ ਦੇ ਕੇ ਉੱਥੋਂ ਹਟਾਇਆ ਜਾਵੇ। ਸੋ ਉੱਤਰ ਆਏਗਾ ਦੂਸਰਾ। ਅੱਗੇ ਚੱਲਦੇ ਹਾਂ। ਅਸੀਂ ਵੱਖ-ਵੱਖ ਰੁੱਤਾਂ ਨੂੰ ਆਉਂਦਿਆਂ ਜਾਂਦਿਆਂ ਵੇਖਦੇ ਹਾਂ। ਆਪਣੇ ਤਜਰਬੇ ਦੇ ਆਧਾਰ 'ਤੇ ਦੱਸੋ ਕਿ ਗਰਮੀ ਦੀ ਰੁੱਤ ਤੋਂ ਬਾਅਦ ਕਿਹੜੀ ਰੁੱਤ ਆਵੇਗੀ? ਵਰਖਾ ਆਏਗੀ, ਸਰਦੀ ਆਏਗੀ, ਪਤਝੜ ਆਏਗੀ ਕਿ ਬਸੰਤ ਆਏਗੀ? ਹੁਣ ਰੁੱਤਾਂ ਬਾਰੇ ਅਸੀਂ ਪਾਠ ਵੀ ਪੜ੍ਹਿਆ ਸੀ, ਰੁੱਤਾਂ ਦੀ ਕਵਿਤਾ ਵੀ ਪੜ੍ਹੀ ਸੀ ਕਿ ਰੁੱਤਾਂ ਦੇ ਵਿੱਚ ਬਦਲਾਵ ਕਿਵੇਂ ਹੁੰਦਾ, ਕਿਹੜੀ ਰੁੱਤ ਤੋਂ ਬਾਅਦ ਕਿਹੜੀ ਦੂਸਰੀ ਰੁੱਤ ਜਿਹੜੀ ਆ ਉਹ ਜਨਮ ਲੈਂਦੀ ਹੈ, ਕਿਹੜੀ ਰੁੱਤ ਆਉਂਦੀ ਹੈ। ਸੋ ਗਰਮੀ ਹੁਣ ਚਲੇ ਗਈ ਹੈ, ਹੁਣ ਪਤਝੜ ਦਾ ਮੌਸਮ ਆਏਗਾ। ਸਾਰੇ ਰੁੱਖਾਂ ਦੇ ਪੱਤੇ ਜਿਹੜੇ ਨੇ ਉਹ ਇੱਕ ਵਾਰੀ ਝੜ ਜਾਣਗੇ। ਬਸੰਤ ਆਏਗੀ ਸਰਦੀ ਤੋਂ ਬਾਅਦ। ਸੋ ਸਰਦੀ ਤੋਂ ਪਹਿਲਾਂ ਪਤਝੜ ਦਾ ਮੌਸਮ ਜਿਹੜਾ ਹੈ ਉਹ ਇੱਕ ਵਾਰੀ ਆਏਗਾ, ਉਸ ਤੋਂ ਬਾਅਦ ਫਿਰ ਸਰਦੀ ਆਏਗੀ, ਫਿਰ ਬਸੰਤ ਆਏਗੀ। ਠੀਕ ਹੈ ਬੇਟਾ। ਵਿਦਿਆਰਥੀ PQ ਪਿਊਪਲਸ ਕੁਐਸਚਨੇਅਰ ਜਿਹੜਾ ਹੈ ਉਸ ਨੂੰ ਲੈਂਦੇ ਹਾਂ। ਕੀ ਤੁਹਾਡੇ ਸਕੂਲ ਵਿੱਚ ਬਿਜਲੀ ਹੈ? ਤਾਂ ਸਾਰੇ ਅਸੀਂ ਪੱਖਿਆਂ ਥੱਲੇ ਬੈਠਦੇ ਹਾਂ। ਹਾਂ ਹੈ। ਕੀ ਤੁਹਾਨੂੰ ਅਧਿਆਪਕਾਂ ਦਾ ਪੜ੍ਹਾਇਆ ਪਾਠ ਸਮਝ ਲੱਗਦਾ ਹੈ? ਇਹ ਤੁਸੀਂ ਆਪਣੀ ਸਮਝ ਨਾਲ ਦੱਸਣਾ ਹੈ ਉੱਤਰ ਦੇ ਕੇ ਕਿ ਲੱਗਦਾ ਹੈ ਜਾਂ ਨਹੀਂ ਲੱਗਦਾ ਹੈ। ਉਸ ਤੋਂ ਅੱਗੇ ਹੈ ਕਿ ਸਕੂਲ ਵਿੱਚ ਤੁਹਾਨੂੰ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ? ਬਿਲਕੁਲ ਕਰਵਾਈਆਂ ਜਾਂਦੀਆਂ ਹਨ। ਗਤੀਵਿਧੀਆਂ ਦੇ ਆਧਾਰ 'ਤੇ ਸੀ ਪਾਠਕ੍ਰਮ ਤਿਆਰ ਹੈ। ਹਰ ਪਾਠਕ੍ਰਮ ਜਿਹੜਾ ਹੈ ਗਤੀਵਿਧੀ ਦੇ ਆਧਾਰ 'ਤੇ ਹੈ। ਚੌਥਾ ਪ੍ਰਸ਼ਨ ਹੈ ਸਿੱਖਣ ਪਰਿਣਾਮ ਆਧਾਰ ਤੇ ਪੁਸਤਕ ਜਿਹੜੀ ਹੈ ਅਤੇ ਤੁਸੀਂ ਕਦੋਂ ਕੰਮ ਕਰਦੇ ਹੋ? ਹਰ ਰੋਜ਼, ਪਤਾ ਨਹੀਂ, ਕਦੇ ਕਦੇ ਜਾਂ ਕਦੇ ਨਹੀਂ। ਤਾਂ ਸਿੱਖਣ ਆਧਾਰ ਜਿਹੜੀ ਪੁਸਤਕ ਹੈ ਬੇਟਾ ਦੁਪਹਿਰ ਬਾਅਦ ਅਸੀਂ ਉਸ 'ਤੇ ਕੰਮ ਕਰਦੇ ਹਾਂ। ਜਦੋਂ ਸਮਾਂ ਲੱਗੇ ਅਸੀਂ ਪਹਿਲਾਂ ਵੀ ਕੰਮ ਕਰਦੇ ਹਾਂ, ਕੋਈ ਗੱਲ ਨਹੀਂ, ਕੰਮ ਕਰਨਾ ਹੈ। ਅਸੀਂ ਇਹ ਨਹੀਂ ਕਹਿਣਾ ਕਿ ਕੰਮ ਨਹੀਂ ਕਰਦੇ, ਅਸੀਂ ਕੰਮ ਕਰਦੇ ਹਾਂ, ਹਰ ਰੋਜ਼ ਕਰਦੇ ਹਾਂ। ਪੰਜਵਾਂ ਹੈ ਕੋਵਿਡ-19 ਦੇ ਦੌਰਾਨ ਕੋਵਿਡ-19 ਦੇ ਦੌਰਾਨ ਔਨਲਾਈਨ ਪੇਪਰਾਂ ਦੀ ਤਿਆਰੀ ਲਈ ਤੁਹਾਡੀ ਮਦਦ ਕਿਸ ਨੇ ਕੀਤੀ? ਮਾਤਾ ਜੀ ਨੇ, ਪਿਤਾ ਜੀ ਨੇ, ਭੈਣ ਭਰਾ ਨੇ, ਕਿ ਕਿਸੇ ਨੇ ਨਹੀਂ? ਤਾਂ ਤੁਸੀਂ ਆਪਣੀ ਇੱਛਾ ਨਾਲ, ਮਰਜ਼ੀ ਨਾਲ ਲਾਉਣਾ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਕੋਵਿਡ ਦੇ ਵਿੱਚ ਜਦੋਂ ਸਕੂਲ ਨਹੀਂ ਸੀ ਲੱਗੇ ਪੂਰਾ 1.5 ਸਾਲ, ਤਾਂ ਤੁਹਾਡੀ ਮਦਦ ਪੜ੍ਹਨ 'ਚ ਕਿਹਨੇ ਕੀਤੀ ਸੀ? ਤੁਸੀਂ ਆਪ ਉੱਤਰ ਦੇਣਾ। ਭੈਣ ਭਰਾਵਾਂ ਨੇ ਕੀਤੀ ਸੀ, ਮਾਤਾ ਪਿਤਾ ਨੇ ਕੀਤੀ ਸੀ ਜਾਂ ਕਿਸੇ ਨੇ ਨਹੀਂ ਕੀਤੀ, ਤੁਸੀਂ ਖੁਦ ਕਰਦੇ ਰਹੇ ਹੋ। ਇਹ ਤੁਸੀਂ ਦੇਖ ਕੇ ਆਪਸ਼ਨ 'ਤੇ ਉੱਤਰ ਲਗਾਓਗੇ। ਸੋ ਇਹ ਸੀ ਬੇਟਾ ਅੱਜ ਦਾ ਕੁਐਸਚਨੇਅਰ, ਅੱਜ ਦੀ ਲੜੀ ਅਭਿਆਸ ਲੜੀ ਨੈਸ ਦੀ ਜਿਹੜੀ ਅੱਜ ਅਸੀਂ ਕੀਤੀ। ਅਗਲੀ ਲੜੀ 'ਚ ਫਿਰ ਹਾਜ਼ਰ ਹੋਵਾਂਗੇ। ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ।